ਭਾਸਕਰ ਸਾਹਿਬ, ਸੱਤਾ ਦਾ ਕੋਈ ਸਿਧਾਂਤ ਨਹੀਂ ਹੁੰਦਾ ਤੇ ਇਹਦੇ ਨਾਲ ਜੁੜੀ ਵਹਿਸ਼ਤ ਦੀ ਵਿਆਖਿਆ ਵੀ ਬੇਮਾਨੇ ਆ। ਲੇਕਿਨ ਜਿਹੜੇ ਦਰੜ ਕੇ ਮਾਰਤੇ, ਉਹਨਾਂ ਲਈ ਵਿਲਕਦਿਆਂ ਦਾ ਵਿਖਿਆਨ ਕੌਣ ਕਰੂ? ਸੱਤਾਧਾਰੀ ਸਦਾ ਚਾਹੁੰਦੇ ਆ ਕਿ ਅਹਿੰਸਕ ਦੌਰ ਕਦ ਖਤਮ ਹੋਣ ਜਾਂ ਅਹਿੰਸਕ ਦੌਰ ਕਦ ਹਿੰਸਕ ਹੋਣ, ਤੇ ਸਾਨੂੰ ਸਟੇਟ ਪੂਰੀ ਦੀ ਪੂਰੀ ਸਟੇਟ ਮਸ਼ੀਨਰੀ ਵਰਤਣ ਦੀ ਲੋੜ ਜਾਪੇ। ਸਾਰੇ ਇੱਕ ਲਾਈਨ 'ਚ ਖੜੇ ਨਜ਼ਰ ਆਉਣਗੇ ਇਸ ਧਰਾਤਲ ਤੇ। ਸੱਤਾਧਾਰੀ ਕੋਈ ਵੀ ਹੋਵੇ, ਕਿਸੇ ਵੀ ਯੁੱਗ ਦਾ ਹੋਵੇ, ਬਦਲ ਬਦਲ ਕੇ ਰੂਪ ਵੇਖਦੇ ਆ ਅਸੀਂ। ਧਰਮ ਯੁੱਧ ਮੋਰਚਾ 1984 ਦੇ ਘੱਲੂ ਘਰ ਵਿੱਚ ਕਿੱਦਾਂ ਬਦਲ ਜਾਂਦਾ, ਪਲਸ਼ਨ ਸਮਝਣ ਲੱਗ ਗਿਆ। ਅੱਜ ਜੇ ਅਸੀਂ ਉਹਨਾਂ ਚੀਜ਼ਾਂ ਨੂੰ, ਕਈ ਵਾਰੀ ਬੋਲ ਵੀ ਨਹੀਂ ਹੁੰਦਾ, ਅੱਜ ਉਹਨਾਂ ਨੂੰ ਸਮਝਣ ਲੱਗੋਗੇ ਤਾਂ ਬਹੁਤ ਸਾਰੇ ਵਿਦਵਾਨ ਕਹਿਣਗੇ ਤੁਸੀਂ ਕਿਧਰੋਂ ਦੇ ਚੌਧਰੀ ਆ ਗਏ, ਇਹ ਹੋਰ ਦੌਰ ਹੈ, ਉਹ ਹੋਰ ਦੌਰ ਹੈ। ਲੇਕਿਨ ਸੱਤਾ ਦੀ ਵਰਤੋਂ ਉੱਥੇ ਵੀ ਹੋਈ, ਇੱਥੇ ਵੀ ਹੋਈ, ਤੇ ਜੁਗਾਂ ਜੁਗੰਤਰਾਂ ਤੋਂ ਹੁੰਦੀ ਆ ਰਹੀ ਆ। ਜਿੱਥੇ ਮਨੁੱਖ ਦੀਆਂ ਮੌਲਿਕ ਜ਼ਿੰਮੇਵਾਰੀਆਂ ਨੇ, ਉੱਥੇ ਉਹਦੇ ਮੌਲਿਕ ਅਧਿਕਾਰ ਜਿਹੜੇ ਆ, ਉਹਨਾਂ ਨੂੰ ਤੁਸੀਂ ਜਦੋਂ ਕੁਚਲਣਾ ਹੁੰਦਾ ਹੈ ਤਾਂ ਤੁਹਾਨੂੰ ਚਿਹਰੇ ਬਦਲਣੇ ਪੈਂਦੇ ਆ। ਖੈਰ, ਜਿਹੜੇ ਦਰੜ ਕੇ ਮਰ ਗਏ ਉਹ ਕਿਸਾਨ ਤੇ ਉਹਨਾਂ ਦੇ ਨਾਲ ਜੁੜੇ ਇੱਕ ਰੋਹ ਆ, ਇੱਕ ਬਹੁਤ ਵੱਡਾ ਦੁੱਖ ਆ। ਲੇਕਿਨ ਉਸ ਦੁੱਖ ਦੇ ਦੌਰਾਨ ਜੇ ਹੋਸ਼ ਕਾਇਮ ਨਹੀਂ ਰਹਿੰਦੀ ਤਾਂ ਸੱਤਾਵਾਨਾਂ ਨੂੰ ਸਭ ਤੋਂ ਵਾਰਾ ਖਾਂਦਾ ਹੋਊਗਾ ਕਿ ਇਹ ਭੜਕ ਜਾਣ, ਤੇ ਇਸ ਭੜਕਾਹਟ ਨਾਲ ਪੂਰੇ ਦਾ ਪੂਰਾ ਅੰਦੋਲਨ 500-700 ਲੋਕਾਂ ਦਾ ਇਸ ਦੌਰਾਨ ਚ ਫੌਤ ਹੋ ਜਾਣਾ, ਮਾਰੇ ਜਾਣਾ, ਸ਼ਹੀਦੀਆਂ ਪਾ ਜਾਣਾ। ਸ਼ਹੀਦੀ ਮੈਂ ਤਾਂ ਸ਼ਬਦ ਵਰਤਦਾ, ਨੇਕ ਕਾਜ ਲਈ ਲੱਗੇ ਲੋਕ ਜਦੋਂ ਆਪਣੀ ਜਾਨ ਦਿੰਦੇ ਆ, ਤਰੀਕਾਕਾਰ ਕੋਈ ਵੀ ਰਿਹਾ ਹੋਵੇ, ਉਹ ਸਾਰੇ ਦੇ ਸਾਰੇ ਉਸੇ ਹੀ ਫਹਿਰਿਸਤ ਵਿੱਚ ਆਉਂਦੇ ਨੇ ਜਿਹੜੇ ਆਪਣਿਆਂ ਲਈ ਲੜਦੇ ਮਾਰੇ ਗਏ। ਖੈਰ, ਕਿਸਾਨੀ ਅੰਦੋਲਨ ਪੰਜਾਬ ਦੀ ਸਰਜ਼ਮੀਂ ਤੋਂ ਉੱਠਦਾ ਹੈ, ਸਾਰੇ ਦੇਸ਼ ਵਿੱਚ ਫੈਲ ਜਾਂਦਾ ਹੈ। ਲੇਕਿਨ ਅੱਜ ਦੇ ਦਿਨ ਦੇ ਵਿੱਚ ਇਸ ਤਕਲੀਫ ਦੇ ਵਿੱਚ ਸਾਰਾ ਦੇਸ਼ ਹੋਊਗਾ। ਲੇਕਿਨ ਅਜੇ ਵੀ ਰਸੂਖਵਾਨ, ਸੱਤਾਵਾਨ, ਰੋਹਬਦਾਰ ਮੰਨਣ ਨੂੰ ਤਿਆਰ ਨਹੀਂ ਕਿ ਗਲਤੀ ਹੋਈ ਆ। ਅੱਜ ਵੀ ਇਸ ਚੀਜ਼ ਨੂੰ ਖਤਮ ਕਰਨ ਲਈ ਕੋਈ ਕੁਝ ਨਹੀਂ ਕਰ ਰਿਹਾ। ਮੈਂ ਚਾਹੂੰਗਾ ਤੁਹਾਡੀਆਂ ਟਿੱਪਣੀਆਂ, ਸ਼ਾਇਦ ਮੈਂ ਜ਼ਿਆਦਾ ਇੱਥੇ ਨਾ ਬੋਲ ਸਕਾਂ, ਲੇਕਿਨ ਇੱਕ ਮਹੀਨ ਵਰਤਾਰਾ ਪੰਜਾਬ ਦੇ ਸਿਆਸੀ ਧਰਾਤਲ ਤੇ ਵੀ ਵਾਪਰਦਾ ਹੈ। ਬੇਅਦਬੀਆਂ ਦਾ ਮਾਮਲਾ ਹੈ। ਨਵਜੋਤ ਸਿੰਘ ਸਿੱਧੂ ਕੁਝ ਕਹਿ ਰਹੇ ਨੇ ਔਰ ਉਹਨਾਂ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਕੁਝ ਕਹਿ ਰਹੇ ਆ। ਪਰ ਜੇ ਇਹਨੂੰ ਹੋਰ ਨੇੜਿਓਂ ਸਮਝਣਾ ਹੋਵੇ ਤਾਂ ਸਦਾ ਪ੍ਰਕਾਸ਼ ਸਿੰਘ ਬਾਦਲ ਵੀ ਕੁਝ ਕਹਿ ਰਹੇ ਆ। ਤੇ ਜੇ ਇਹੀ ਵਰਤਾਰੇ ਨੂੰ ਥੋੜਾ ਜਿਹਾ ਪਿੱਛੇ ਲੈ ਕੇ ਚਲੇ ਜਾਓ, ਪਹਿਲਾਂ ਬਾਦਲਕਿਆਂ ਦੀ ਸੱਤਾ ਚਲੇ ਜਾਂਦੀ ਹੈ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਚਲੇ ਜਾਂਦੀ ਹੈ, ਤੇ ਹੁਣ ਕਿਹਦੀ ਸੱਤਾ ਜਾਊਗੀ? ਮੌਜੂਦਾ ਸਰਕਾਰ ਜਾਊਗੀ ਜਾਂ ਨਵਜੋਤ ਸਿੰਘ ਸਿਆਸੀ ਪਿੜ ਚੋਂ ਬਾਹਰ ਜਾਣਗੇ? ਇਹਦੇ ਉੱਤੇ ਵੀ ਗੱਲ ਕਰਾਂਗੇ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਜਦੋਂ ਸੰਦਰਭ ਚੇਂਜ ਕਰਕੇ, ਸੰਦਰਭ ਬਦਲ ਕੇ ਇਹ ਦੱਸ ਦਿੰਦੇ ਆ ਕਿ BD ਪਾਂਡੇ ਜਿਹੜੇ ਗਵਰਨਰ ਸੀ, ਉਦੋਂ ਦੇ ਜਿਹੜੇ ਗਵਰਨਰ ਸੀ ਪੰਜਾਬ ਦੇ 1984 ਵੇਲੇ, ਉਹ ਤਾਂ ਕਹਿੰਦੇ ਸੀ ਕਿ ਕਾਂਗਰਸ ਦੀ ਸਭ ਤੋਂ ਸੁਪਰ ਬਾਸ, ਉਹ ਕਹਿੰਦੀ ਸੀ ਮੈਂ ਤਾਂ ਬੰਬਾਰਮੈਂਟ ਕਰ ਦੂੰ ਜੇ ਲੋੜ ਪਈ। ਉਹ ਕੀ ਉਹ ਬੇਅਦਬੀ ਨਹੀਂ ਸੀ? ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਆ ਬਠਿੰਡੇ ਦੀ ਸਟੇਜ ਤੋਂ ਵੀ ਕੀ ਉਹ ਬੇਅਦਬੀ ਨਹੀਂ ਸੀ? ਕਿਤਾਬ ਦਾ ਹਵਾਲਾ ਦੇ ਕੇ ਸੰਦਰਭ ਸਮਝਣ ਦੀ ਲੋੜ ਆ। ਆਉਂਦੀ ਇਲੈਕਸ਼ਨ ਫਿਰ ਇਹਨਾਂ ਮੁੱਦਿਆਂ ਦੇ ਘੇਰੇ ਹੋਊਗੀ। ਭਾਸਕਰ ਸਾਹਿਬ, ਮੈਂ ਜ਼ਿਆਦਾ ਬੋਲ ਆਇਆ। ਮੈਨੂੰ ਜਿਹੜਾ ਉਹ ਦੁੱਖ, ਉਹ ਤਕਲੀਫ ਕਹਿ ਨਹੀਂ ਹੋਏ ਮੇਰੇ ਤੋਂ, ਕਹਿ ਆ ਜਿਹੜੇ ਮਾਰੇ ਗਏ, ਜਾਂ ਉਹਨਾਂ ਨੂੰ ਕਿਆਸ ਕਰਕੇ ਦੇਖੋ। ਇਹ ਨਿੱਕੀਆਂ ਜੱਫੀਆਂ 'ਚ ਇੱਕ ਦੂਜੇ ਨੂੰ ਮਿਲਦੇ ਰਹੇ ਭੈਣ ਭਰਾ, ਜਦੋਂ ਇੱਕ ਦੂਜੇ ਨੂੰ ਏਦਾਂ ਕੋਹ ਮਰਦਿਆਂ ਵੇਖਿਆ ਹੋਊਗਾ, ਦਰੜ ਕੇ ਮਰਨਾ ਕਿੱਦਾਂ ਜਾਨ ਨਿਕਲੀ ਹੋਊਗੀ। ਤਕਲੀਫ ਦਾ ਉਹ ਵਰਤਾਰਾ ਮੰਜ਼ਰ ਬਿਆਨੋਂ ਬਾਹਰ ਆ, ਪਰ ਫਿਰ ਵੀ ਇਹ ਵਰਤਾਰੇ ਕਿੱਧਰ ਜਾਣਗੇ? ਰੰਧਾਵਾ ਜੀ, ਜੋ ਕੁਝ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਉਹਨੂੰ ਬਿਆਨ ਕਰਨਾ ਤੇ ਪੋਸੀਬਲ ਨਹੀਂ ਹੈਗਾ, ਪਰ ਜੋ ਕੁਝ ਹੋਇਆ ਉਹ ਆਪਣੇ ਆਪ ਵਿੱਚ ਸੱਤਾ ਤੇ ਨਸ਼ੇ ਦੇ ਵਿੱਚ ਡੁੱਬੇ ਹੋਏ ਲੋਕ ਜਿਹੜੇ ਕਿਸੇ ਦੇ ਉੱਤੇ ਗੱਡੀਆਂ ਚੜਾ ਸਕਦੇ ਨੇ। ਠੀਕ ਹੈ, ਅੰਦੋਲਨ ਸੀਗਾ, ਵਿਦਰੋਹ ਸੀਗਾ, ਉਹ ਹਿੰਸਕ ਸੀਗਾ ਨਹੀਂ ਸੀਗਾ, ਉਹ ਵੱਖਰੀ ਗੱਲ ਹੈਗੀ ਹੈ। ਜਿਸ ਤਰੀਕੇ ਨਾਲ ਜਲਿਆਂਵਾਲਾ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀਆਂ ਚਲਾਤੀ ਸੀ ਨਿਰਦੋਸ਼ ਲੋਕਾਂ ਦੇ ਵਿੱਚ ਜਿਹੜੇ ਪੀਸਫੁਲ ਪ੍ਰੋਟੈਸਟਰ ਸੀਗੇ, ਉੱਦਾਂ ਦਾ ਹੀ ਕੁਝ ਕੱਲ ਲਖੀਮਪੁਰ ਖੀਰੀ ਦੇ ਵਿੱਚ ਹੋਇਆ। ਔਰ ਉਹ ਸਿੱਧਾ ਕਨੈਕਸ਼ਨ ਇਹਦਾ ਪੰਜਾਬ ਨਾਲ ਵੀ ਹੈਗਾ, ਕਿਉਂਕਿ ਜਿੰਨੇ ਵੀ ਮਾਰੇ ਗਏ ਕਹਿੰਦੇ ਆ ਉਹ ਸਾਡੇ ਸਿੱਖ ਕਿਸਾਨ ਸੀਗੇ। ਚਲੋ ਆਪਾਂ ਇਸ ਤਰਫ ਨਹੀਂ ਜਾਂਦੇ, ਪਰ ਜੋ ਕੁਝ ਹੋਇਆ, ਕੌਣ ਮਾਰਨ ਵਾਲਾ ਕੌਣ ਸੀਗਾ, ਕਨਵੋਏ ਕਿਹਦਾ ਸੀਗਾ, ਕਿੰਨੇ ਹੁਕਮ ਦਿੱਤੇ ਗੱਡੀ ਚਲਾਉਣ ਦੇ, ਉਹ ਸੀਗਾ ਮਿਨਿਸਟਰ ਆਫ ਸਟੇਟ ਫॉर ਹੋਮ ਅਜੇ ਮਿਸ਼ਰਾ, ਉਹਨਾਂ ਦਾ ਬੇਟਾ ਆਸ਼ੀਸ਼ ਮਿਸ਼ਰਾ।
ਉਹਨੇ ਸਿੱਧੇ ਸਿੱਧੇ ਕਿਸਾਨਾਂ ਦੇ ਉੱਤੇ ਗੱਡੀ ਚਲਾਉਣ ਦਾ ਹੁਕਮ ਦਿੱਤਾ। ਉਸ ਤੋਂ ਬਾਅਦ ਕਿਸਾਨਾਂ ਨੇ ਵੀ ਉਸ ਗੱਡੀ ਨੂੰ ਜਲਾ ਦਿੱਤਾ ਔਰ 4 ਲੋਕੀ ਕਹਿੰਦੇ ਨੇ ਕਿ ਜਿਹੜੇ ਬੀਜੇਪੀ ਦੇ ਸਪੋਰਟਰ ਸੀਗੇ ਜਾਂ ਡਰਾਈਵਰ ਸੀਗਾ ਉਸ ਗੱਡੀ ਦਾ, ਉਹ ਵੀ ਮਾਰਿਆ ਗਿਆ 4 ਕਿਸਾਨਾਂ ਦੇ ਮਾਰੇ ਜਾਣ ਤੋਂ ਬਾਅਦ। ਹੁਣ ਬੀਜੇਪੀ ਇਸ ਗੱਲ ਨੂੰ ਇਸ਼ੂ ਬਣਾ ਰਹੀ ਹੈ ਵੀ 4 ਬੰਦੇ ਸਾਡੇ ਵੀ ਮਾਰਦੇ। ਤੁਸੀਂ ਇਹ ਦੇਖੋ ਕਿ ਤੁਸੀਂ ਨਿਰਦੋਸ਼ ਪੀਸਫੁਲ ਪ੍ਰੋਟੈਸਟਰ ਦੇ ਉੱਤੇ ਅਗਰ ਤੁਸੀਂ ਗੱਡੀਆਂ ਚਲਾ ਕੇ ਮਾਰ ਰਹੇ ਹੋ ਤੇ ਤੁਹਾਡੀ ਉਹ ਪੂਜਾ ਕਰਦੇ? ਮਾਰਨਾ ਤੇ ਬਣਦਾ ਹੀ ਸੀਗਾ। ਪਰ ਚਲੋ, ਕਾਨੂੰਨ ਆਪਣੇ ਹੱਥ 'ਚ ਨਾ ਲੈਣਾ ਉਹ ਸਾਡਾ ਦੇਸ਼ ਦੀ ਇੱਕ ਪਰੰਪਰਾ ਵੀ ਹੈਗੀ ਹੈ ਕਿ ਵੀ ਸਾਨੂੰ ਸਿੱਖ ਵੀ ਇਹੀ ਦਿੱਤੀ ਜਾਂਦੀ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਓ। ਦੋ ਪਹਿਲੂ ਭਾਸਕਰ ਸਾਹਿਬ, 2 ਪਹਿਲੂ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹੁਕਮ ਉਸ ਮਿਨਿਸਟਰ ਆਫ ਸਟੇਟ ਦੇ ਮੁੰਡੇ ਨੇ ਦਿੱਤਾ। ਇਹਦੀ ਕੋਈ ਵੀਡੀਓ ਜਾਂ ਕੋਈ ਐਸੀ ਸਟੇਟਮੈਂਟ ਕਿਤੇ ਮੇਰਾ ਖਿਆਲ ਮੈਂ ਨਹੀਂ ਪੜ੍ਹੀ। ਜੇ ਤੁਸੀਂ ਪੜ੍ਹੀ ਆ ਤਾਂ ਤੁਸੀਂ ਕਹਿ ਸਕਦੇ ਹੋ, ਅਦਰਵਾਈਜ਼ ਸਾਨੂੰ ਸਿੱਧਾ ਦੋਸ਼ ਲਾਉਂਦੇ ਆ ਸਾਡੇ ਇਹ ਪਲੇਟਫਾਰਮ ਵੀ ਸ਼ੱਕ ਦੇ ਘੇਰੇ ਚ ਆਉਣਗੇ ਔਰ ਅਸੀਂ ਕਾਨੂੰਨੀ ਕਾਰਵਾਈ ਤੇ ਲਪੇਟ ਪਾਵਾਂਗੇ। ਮੇਰੀ ਬੇਨਤੀ ਦੂਜੀ ਸੁਣ ਲਓ ਕਿ ਜਦੋਂ ਤੱਕ ਕਾਨੂੰਨ ਇਸ ਮਾਮਲੇ 'ਚ ਅਗਲੀ ਕਾਰਵਾਈ ਨਹੀਂ ਕਰਦਾ, ਪਹਿਲੀ ਨਜ਼ਰੇ ਤਾਂ ਇਹ ਲੱਗ ਰਿਹਾ ਕਿ ਜਿਹੜੀਆਂ ਪਹਿਲੀਆਂ ਬਿਆਨਬਾਜ਼ੀਆਂ ਸੀ ਤੇ ਇਹ ਐਕਟ ਆ, ਇਹਦੇ ਵਿੱਚ ਕੋਈ ਸਮਾਨਤਾ ਹੈ। ਦੂਜੇ ਬੰਨੇ ਜਿਹੜੇ ਬੀਜੇਪੀ ਦੇ ਲੋਕ ਮਾਰੇ ਕੋਈ ਵੀ ਗਏ ਹੋਣ, ਉਹ ਵੀ ਮਾੜਾ ਹੈ, ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ। ਉਹ ਸਾਰੇ ਦੇ ਸਾਰੇ ਫੜ ਕੇ ਸਬੂਤਾਂ ਸਮੇਤ ਕਿਸਾਨਾਂ ਨੇ ਉੱਥੇ ਕਾਫੀ ਉਹਨਾਂ ਕੋਲ ਸੀਗਾ। ਮੇਰਾ ਖਿਆਲ ਆ ਕਿ ਜੋ ਸਟੇਟ ਚਾਹੁੰਦੀ ਆ, ਦੇਖੋ ਜਾਂ ਤਾਂ ਇਹ ਸਿੱਧੀ ਭਿੜੰਤ ਉਸ ਮੰਤਰੀ ਨਾਲ ਹੁੰਦੀ ਕਿਸਾਨਾਂ ਦੀ ਗੱਲ ਤਾਂ ਸੀ, ਫਿਰ ਸੇਕ ਉਦੋਂ ਲੱਗਣੇ ਸੀ। ਲੇਕਿਨ ਜਿਹੜੇ ਮਾਰੇ ਗਏ ਉਹ ਕੌਣ ਵਰਕਰ ਸੀ, ਕਿੱਥੋਂ ਆਏ ਸੀ? ਲੇਕਿਨ ਸਵਾਲ ਬਹੁਤ ਵੱਡਾ ਹੈ ਕਿ ਸਟੇਟ ਕਿਤੇ ਇਹ ਤਾਂ ਨਹੀਂ ਚਾਹ ਰਹੀ ਕਿ ਇਸ ਤਰ੍ਹਾਂ ਦਾ ਟਕਰਾਅ ਹੋਵੇ। ਜੇ ਕੱਲੇ ਕਿਸਾਨ ਮਰਦੇ ਉਹ ਡਿਫੈਂਸਿਵ ਹੋਣੇ ਸੀ, ਅੱਜ ਉਹ ਹੋਰ ਵੀ ਮਰੇ। ਇਹਦਾ ਮਤਲਬ ਕਿ ਉਹ ਚਾਹ ਰਹੇ ਨੇ ਜਿੱਦਾਂ ਲਾਲ ਕਿਲ੍ਹਾ ਵਾਪਰ ਜਾਂਦਾ, ਝੰਡਾ ਚਲਾਉਣ ਵਾਲੀ ਗੱਲ ਨੇ, ਜਿਹੜਾ ਵਿਸ਼ਾਲ ਲੱਖਾਂ ਦਾ ਟਰੈਕਟਰ ਮਾਰਚ ਸੀ ਉਹ ਪਿੱਛੇ ਸੁੱਟਤਾ, ਲੇਕਿਨ ਜਿਹੜਾ ਝੰਡਾ ਚਲਾਉਣ ਦੀ ਗੱਲ ਸੀ ਉਹ ਘੁੰਮਦੀ ਰਹੀ ਘੇਰੇ ਨੈਸ਼ਨਲ ਮੀਡੀਆ ਦੇ ਉੱਤੇ। ਖੈਰ, ਮੈਂ ਫਿਰ ਤੁਹਾਡੇ ਵੱਲ ਹੀ ਆਊਂਗਾ ਕਿ ਕਿਤੇ ਸਟੇਟ ਇਹ ਤਾਂ ਨਹੀਂ ਚਾਹ ਰਹੀ ਸੀ ਕਿ ਇੰਝ ਹੀ ਹੋਵੇ, ਇਹ ਟਕਰਾਅ ਵੱਧ ਜੇ ਤੇ ਟਕਰਾਅ ਦੇ ਵਿੱਚ ਤਾਕਤ ਦੀ ਵਰਤੋਂ ਦੀ ਖੁੱਲ੍ਹ ਸਟੇਟ ਕੋਲ ਹੁੰਦੀ ਆ। ਉਹਦੇ ਨਾਲ ਕਿੱਦਾਂ ਲੜ ਸਕਦੇ ਨਿਹੱਥੇ ਲੋਕ, ਕਿੱਦਾਂ ਲੜ ਸਕਦੇ ਪਰਿਵਾਰਾਂ ਸਮੇਤ ਉੱਥੇ ਬੈਠੇ, ਕਿਵੇਂ ਲੜ ਸਕਦੇ ਲਗਭਗ ਢਿੱਡੋਂ ਭੁੱਖੇ ਤੇ ਪਿੱਛੇ ਜਿਨ੍ਹਾਂ ਦੇ ਵਿਲਕਦੇ ਡੰਗਰ ਮਾਲ ਨੇ? ਦੱਸੋ ਜ਼ਰਾ। ਰੰਧਾਵਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਸੇ ਨੇ ਗਲਤੀ ਕੀਤੀ ਤੇ ਉਹਦੇ ਬਜਾਏ ਉਹਨਾਂ ਨੂੰ ਮਾਰ ਦਿੱਤਾ ਜਾਏ, ਸਾਡਾ ਕਾਨੂੰਨ ਨਹੀਂ ਕਹਿੰਦਾ। ਪਰ ਜੋ ਕੁਝ ਮੈਂ ਹੁਣੇ ਥੋੜੀ ਦੇਰ ਪਹਿਲੇ ਕਿਹਾ ਉਹ ਮੇਰਾ ਇੱਕ ਰੋਸ਼ ਸੀਗਾ, ਇੱਕ ਮੇਰੀ ਨਿੱਜੀ ਰਾਏ ਸੀਗੀ ਔਰ ਮੇਰਾ ਨਿੱਜੀ ਰੋਸ਼ ਵੀ ਸੀਗਾ। ਇਮੋਸ਼ਨਲ ਬੰਦਾ ਹੋ ਜਾਂਦਾ ਜਦ ਕਦੀ ਵੀ ਐਦਾਂ ਦੀ ਘਟਨਾ ਹੁੰਦੀ ਹੈ। ਕਿਸੇ ਵੀ ਘਟਨਾ ਦੇ ਵਿੱਚ ਨਿਰਦੋਸ਼ ਬੰਦਿਆਂ ਦੇ ਉੱਤੇ ਗੱਡੀ ਚਲਾਣਾ, ਉਹ ਭਾਵੇਂ ਫਿਲਮ ਐਕਟਰ ਸਲਮਾਨ ਖਾਨ ਹੋਏ, ਭਾਵੇਂ ਬੀਜੇਪੀ ਆਗੂਆਂ ਦਾ ਮੁੰਡਾ ਹੋਏ, ਬੀਜੇਪੀ ਆਗੂ ਹੋਣ, ਬੀਜੇਪੀ ਲੀਡਰ ਹੋਣ, ਸੁਭਾਵਿਕ ਹੈਗਾ ਕਿ ਆਮ ਲੋਕੀ ਸਾਡੇ ਵਰਗੇ ਇਮੋਸ਼ਨਲ ਹੋ ਜਾਂਦੇ। ਪਰ ਜੋ ਕੁਝ ਲਖੀਮਪੁਰ ਖੀਰੀ ਦੇ ਵਿੱਚ ਹੋਇਆ, ਤੁਹਾਡੀ ਇਸ ਗੱਲ ਦੇ ਵਿੱਚ ਗੌਰ ਕਰਦੇ ਹੋਏ ਕਿ ਇਹ ਕਿਤੇ ਮਿੱਥਿਆ ਹੋਇਆ ਕੰਮ ਤੇ ਨਹੀਂ ਸੀਗਾ, ਕਿ ਇਹ ਟਕਰਾਅ ਵਧਾਉਣਾ ਤੇ ਨਹੀਂ ਚਾਹੁੰਦੇ ਸੀਗੇ। ਇਲੈਕਸ਼ਨ ਯੂਪੀ ਦੇ ਵਿੱਚ ਵੀ ਹੈਗੇ ਆ, ਇਲੈਕਸ਼ਨ ਪੰਜਾਬ ਦੇ ਵਿੱਚ ਵੀ ਹੈਗੇ ਆ। ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੜੀ ਛੇਤੀ ਇੱਕ ਪੀਸ ਬਾਈ ਕੀਤੀ ਜਾਏਗੀ। ਕੈਪਟਨ ਅਮਰਿੰਦਰ ਸਿੰਘ ਉਹਨੇ ਕਮਰ ਕੱਸ ਲਈ ਹੈ, ਕਿਸਾਨਾਂ ਦਾ ਸਮਝੌਤਾ ਕਰਾ ਕੇ ਉਹ ਅਗਲੀ ਆਪਣੀ ਰਾਜਨੀਤੀ ਵੇਖ ਰਹੇ ਨੇ ਕਿ ਭਾਜਪਾ ਦੇ ਨਾਲ ਨਾ ਰਲ ਕੇ ਵੀ, ਅਲਾਈਅੰਸ ਕਰਕੇ ਵੀ ਉਹ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਨੇ। ਪਰ ਯੂਪੀ ਦੇ ਵਿੱਚ ਕੋਈ ਐਦਾਂ ਦੀ ਸਿਚੁਏਸ਼ਨ ਨਹੀਂ ਹੈਗੀ। ਯੂਪੀ ਦੇ ਵਿੱਚ ਭਾਵੇਂ ਅੰਦੋਲਨ ਪੰਜਾਬ ਤੋਂ ਘੱਟ ਹੈਗਾ, ਪਰ ਵੈਸਟਰਨ ਯੂਪੀ ਦੇ ਵਿੱਚ ਅੰਦੋਲਨ ਨੇ ਪੂਰਾ ਜ਼ੋਰ ਫੜਿਆ ਹੋਇਆ। ਲਖਨਊ ਤੱਕ ਜਾਣ ਦੀ ਤਿਆਰੀਆਂ ਸੀਗੀ। ਉਸ ਦੌਰਾਨ ਲਖੀਮਪੁਰ ਖੈਰੀ ਦੇ ਵਿੱਚ ਜਦ ਅਜੇ ਮਿਸ਼ਰਾ ਹੋਣਾ, ਜਿਹੜੇ ਮਿਨਿਸਟਰ ਆਫ ਸਟੇਟ ਫॉर ਹੋਮ ਹੈ, ਉਹਨਾਂ ਦਾ ਦੌਰਾ ਹੁੰਦਾ ਹੈ, ਉਹਨਾਂ ਨੂੰ ਵੈਲਕਮ ਕਰਨ ਦੀ ਤਿਆਰੀਆਂ ਕੀਤੀ ਜਾ ਰਹੀਆਂ। ਕਿਸਾਨ ਉਹਦਾ ਪ੍ਰੋਟੈਸਟ ਕਰਦੇ ਨੇ, ਪੀਸਫੁਲ ਪ੍ਰੋਟੈਸਟ ਹੁੰਦਾ, ਇੱਦਾਂ ਦਾ ਕਿਹਾ ਜਾਂਦਾ ਹੈ। ਜਾਂਚ ਨਿਆਇਕ ਹੋਣੀ ਚਾਹੀਦੀ ਹੈ, ਇਹਦੀ ਡਿਮਾਂਡ ਉੱਠ ਗਈ ਹੈ। ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਉਹਨਾਂ ਇਹ ਕਹਿ ਰਹੇ ਨੇ ਕਿ ਜਾਂਚ ਹੋਣੇ ਦੋ, ਸਭ ਕੁਝ ਦੁੱਧ ਕਾ ਦੁੱਧ ਪਾਣੀ ਕਾ ਹੋ ਜਾਏਗਾ। ਪਰ ਉਹਨਾਂ ਜਾਂਚਾਂ ਦੇ ਵਿੱਚ, ਉਹਨਾਂ ਇਨਵੈਸਟੀਗੇਸ਼ਨਾਂ ਦੇ ਵਿੱਚ ਕੁਝ ਨਿਕਲਦਾ ਜਾਂ ਨਹੀਂ ਨਿਕਲਦਾ, ਇਹ ਵੀ ਕੁਝ ਨਹੀਂ ਪਤਾ। ਪ੍ਰਿਯੰਕਾ ਗਾਂਧੀ ਉਹਨਾਂ ਉੱਥੇ ਪਹੁੰਚ ਗਈ ਨੇ, ਉਹਨਾਂ ਨੂੰ ਉਹਨਾਂ ਪਰਿਵਾਰਾਂ ਨਾਲ ਨਹੀਂ ਮਿਲਣ ਦਿੱਤਾ ਗਿਆ ਜਿਹੜੇ ਮਾਰੇ ਗਏ ਨੇ, ਖਾਸ ਕਰਕੇ ਕਿਸਾਨ। ਹੁਣ ਇੱਦਾਂ ਦੇ ਹਾਲਾਤ ਵਿੱਚ ਚਲੋ ਰਾਜਨੀਤੀ ਤੇ ਵੱਖਰੀ ਵੱਖਰੀ ਪਾਰਟੀਆਂ ਕਰਨਗੀਆਂ, ਵੱਖ-ਵੱਖ ਪਾਰਟੀ ਦੇ ਆਗੂ ਇਸ ਮੁੱਦੇ ਨੂੰ ਵੋਟਾਂ ਦੇ ਰੂਪ ਵਿੱਚ ਦੇਖਣਗੇ, ਵੋਟਾਂ ਤੋਂ ਭੁਗਤਾਨ ਦੀ ਕੋਸ਼ਿਸ਼ ਵੀ ਕਰਨਗੇ। ਪਰ ਦੂਜੇ ਪਾਸੇ ਇੱਦਾਂ ਦੀ ਜਿਹੜੀ ਗੱਲ ਕਦੀ ਵੀ ਹੁੰਦੀ ਹੈ
ਉਹਦੇ ਵਿੱਚ ਰੋਸ਼ ਪਨਪਣਾ ਜ਼ਰੂਰੀ ਵੀ ਹੈ ਔਰ ਰੋਸ਼ ਹੋਣਾ ਵੀ ਚਾਹੀਦਾ। ਅੱਜ ਪੂਰੇ ਦੇਸ਼ ਦੇ ਵਿੱਚ ਡੀਸੀ ਆਫਿਸ ਦੇ, ਡੀਐਮ ਆਫਿਸ ਦੇ ਸਾਹਮਣੇ ਘਿਰਾਵ ਜਾਂ ਧਰਨਾ ਦੇਣ ਦੀ ਗੱਲ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ਹੈ। ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਲਖੀਮਪੁਰ ਖੀਰੀ ਪਹੁੰਚ ਗਏ ਨੇ। ਸਿਚੁਏਸ਼ਨ ਤੇ ਖਰਾਬ ਹੈਗੀ ਹੈ ਔਰ ਉਸ ਸਿਚੁਏਸ਼ਨ ਨੂੰ ਹੁਣ ਯੂਪੀ ਦੀ ਸਰਕਾਰ ਕਿੱਦਾਂ ਸਾਂਭਦੀ ਹੈ ਇਹ ਆਉਣ ਵਾਲੇ ਟਾਈਮ ਵਿੱਚ ਦੇਖਣ ਲੱਗਿਆ। ਪਰ ਜੋ ਕੁਝ ਉੱਥੇ ਹੋਇਆ ਉਹ ਇੰਨਾ ਕੁ ਮਾੜਾ ਹੋਇਆ ਕਿ ਸਾਡਾ ਵੀ ਉਹਦੇ ਵਾਸਤੇ ਰੋਸ਼, ਜਿਹੜੀ ਮੈਂ ਗੱਲ ਹੁਣੇ 2 ਮਿੰਟ ਪਹਿਲੇ ਕਹਿ ਕੇ ਹਟਿਆ, ਜਿਹੜੀ ਮੈਂ ਨਾਰਮਲੀ ਬਿਲਕੁਲ ਸਟੇਬਲ ਰਹਿਣਾ, ਪਰ ਇੱਦਾਂ ਦੀ ਘਟਨਾ ਦੇ ਵਿੱਚ ਤੁਸੀਂ ਉਤੇਜਿਤ ਹੋ ਜਾਂਦੇ ਹੋ ਔਰ ਤੁਸੀਂ ਕਈ ਵਾਰ ਉਹ ਗੱਲਾਂ ਕਹਿ ਜਾਂਦੇ ਹੋ ਜਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਜਾਇਜ਼ ਨਹੀਂ ਹੈਗੀ। ਉਹੀ ਮੇਰਾ ਰਿਐਕਸ਼ਨ ਸੀਗਾ। ਥੋੜੀ ਦੇਰ ਪਹਿਲੇ ਤੁਸੀਂ ਇਹ ਚੰਗਾ ਕੀਤਾ ਮੈਨੂੰ ਰੋਕਿਆ, ਕਿਉਂਕਿ ਅਸੀਂ ਆਪਣੀ ਭਾਵਨਾਵਾਂ ਨੂੰ ਕੰਟਰੋਲ ਕਰਕੇ ਲੋਕਾਂ ਦੀ ਭਾਵਨਾਵਾਂ ਨੂੰ ਉਜਾਗਰ ਕਰਨ ਦੀ ਗੱਲ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਰ ਰਹੇ ਹਾਂ। ਇਸ ਪੱਖੋਂ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਮੈਨੂੰ ਅੱਗੇ ਵਧਣ ਤੋਂ ਰੋਕਿਆ। ਹੋ ਸਕਦਾ ਮੈਂ ਕੁਝ ਬਹੁਤ ਸਾਰੀ ਇੱਦਾਂ ਦੀ ਚੀਜ਼ ਕਹਿ ਜਾਂਦਾ ਜੋ ਕਾਨੂੰਨੀ ਤੌਰ ਤੇ ਠੀਕ ਨਾ ਹੋਗਾ। ਬਿਲਕੁਲ, ਭਾਵਨਾਵਾਂ ਔਰ ਮੈਂ ਕੀ ਅਕਸਰ ਕਹਿਣਾ ਹੁੰਦਾ ਕਿ ਇਹ ਮਨੋਵੇਗ ਜਿਹੜੇ ਆ ਹੜ੍ਹ ਵਾਂਗ ਆਉਂਦੇ, ਇਹਨਾਂ ਨੂੰ ਚੈਨਲਾਈਜ਼ ਕਰਨਾ ਪੈਂਦਾ। ਔਰ ਇੱਕ ਖਾਸ ਉਮਰ ਦੇ ਵਿੱਚ ਤਾਂ ਜਦੋਂ ਨੌਜਵਾਨੀ ਜੋਸ਼ ਹੁੰਦਾ, ਇਹ ਬਹੁਤ ਤੇਜ਼ੀ ਨਾਲ ਅੱਗੇ ਵੱਧਦੇ ਆ। ਅਸੀਂ ਇਹਦੇ ਬੜੇ ਖਮਿਆਜ਼ੇ ਭੁਗਤੇ ਆ ਔਰ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿੱਧਰੋਂ ਭੜਕਾਹਟ ਆਈ, ਬਹੁਤ ਬਾਅਦ ਵਿੱਚ ਇਤਿਹਾਸ ਜਦੋਂ ਲਿਖੇ ਗਏ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਕਿਤੇ ਮਿਥਿਆ ਹੋਇਆ ਤਾਂ ਨਹੀਂ ਸੀ, ਸਾਰਾ ਪ੍ਰੀ ਪਲੈਨਡ ਤਾਂ ਨਹੀਂ ਸੀ। ਔਰ ਅਕਸਰ ਜਿਹੜੀਆਂ ਸ਼ਾਂਤਮਈ ਧਿਰਾਂ ਹੁੰਦੀਆਂ ਨੇ ਉਹਨਾਂ ਤੋਂ ਡਰਦੀਆਂ ਨੇ ਸੱਤਾਧਾਰੀ ਧਿਰਾਂ। ਖੈਰ, ਆਪਾਂ ਇਸ ਮਸਲੇ ਨੂੰ ਅੱਜ ਲਈ ਦੇਖ ਲੈਂਦੇ ਹਾਂ ਕਿ ਕੀ ਵਾਪਰਦਾ ਹੈ। ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅੱਜ ਉੱਥੇ ਪਹੁੰਚ ਰਹੇ ਆ। ਮੈਨੂੰ ਅਜੇ ਸ਼ੱਕ ਹੈ ਮਮਤਾ ਬੈਨਰਜੀ ਨੇ ਵੀ ਵਫਦ ਭੇਜਣਾ ਹੈ। ਮੈਨੂੰ ਸ਼ੱਕ ਹੈ ਕਿ ਜਿਹੜੀ ਯੂਪੀ ਗਵਰਨਮੈਂਟ ਆ ਉਹ ਅਮਨ ਕਾਨੂੰਨ ਦੀ ਸਥਿਤੀ ਦਾ ਹਵਾਲਾ ਦੇ ਕੇ ਇਹਨਾਂ ਨੂੰ ਲੈਂਡ ਕਰਨ ਦਿੰਦੀ ਹੈ ਕਿ ਨਹੀਂ। ਕੁਦਰਤੀ ਤੌਰ ਤੇ ਚੌਪਰ ਉੱਡਣਗੇ ਤਾਂ ਜ਼ਰੂਰ, ਲੇਕਿਨ ਇਹ ਲੈਂਡ ਕਰ ਪਾਉਣਗੇ ਨਹੀਂ ਕਰ ਪਾਉਣਗੇ, ਇਹ ਉੱਥੇ ਮੌਕੇ ਤੇ ਜਾ ਵੀ ਸਕਣਗੇ ਕਿ ਨਹੀਂ, ਬੜੇ ਵੱਡੇ ਸਵਾਲ ਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉੱਥੇ ਕਿਵੇਂ ਜਾਂਦੇ ਆ, ਕਿਸ ਤਰ੍ਹਾਂ ਦਾ ਅੱਗੇ ਮੂਵਮੈਂਟ ਹੁੰਦੀ ਆ, ਕਿ ਇਹ ਸਾਰਾ ਅੰਦੋਲਨ ਯੂਪੀ ਵੱਲ ਸ਼ਿਫਟ ਹੋ ਜਾਊਗਾ। ਖੈਰ, ਇਹ ਬਹੁਤ ਵੱਡੇ ਮਸਲੇ ਬਣਨ ਵਾਲੇ ਆ ਜਿਹੜੇ ਸ਼ਾਇਦ ਮੁੜ ਕੇ ਸਾਹਮਣੇ ਔਖੇ ਹੋਣ। ਯੂਪੀ ਦਾ ਇਮਤਿਹਾਨ ਬੀਜੇਪੀ ਲਈ ਵੱਡਾ ਹੋਣ ਵਾਲਾ ਹੈ, ਲੇਕਿਨ ਜਿਹੜਾ ਇਮਤਿਹਾਨ ਪੰਜਾਬ ਦੇ ਵਿੱਚ ਹੈ, ਪੰਜਾਬ ਦੇ ਲੋਕ ਇਸ ਵੇਲੇ ਕਈ ਪੱਧਰਾਂ ਦੇ ਉੱਤੇ ਡਿਬੇਟ 'ਚ ਨੇ। ਸਭ ਤੋਂ ਪਹਿਲਾਂ ਕਿਸਾਨੀ ਮਾਮਲੇ ਅਜੇ ਮੁੱਕੇ ਨਹੀਂ। ਜੋ ਕੱਲ ਵਾਪਰਿਆ ਉਹਨੇ ਪੰਜਾਬ ਦੀ ਸਿਆਸਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਹੈ ਤੇ ਇੱਕ ਵਾਰੀ ਮੁੜ ਕੇ ਪ੍ਰਭਾਸ਼ਿਤ ਵੀ ਕਰਨਾ ਹੈ। ਜਿਹੜੇ ਸਮਝਦੇ ਸੀਗੇ ਕਿ ਹੁਣ ਕਿਸਾਨ ਮੂਵਮੈਂਟ ਢਿੱਲੀ ਪੈ ਗਈ ਔਰ ਰੌਲੇ ਰੱਪਿਆਂ 'ਚ ਫਸ ਗਈ, ਹੁਣ ਸਿਆਸਤ ਸਾਧ ਲਈਏ, ਉਹਨਾਂ ਨੂੰ ਅਗਲੇ ਦਿਨਾਂ 'ਚ ਨਵੇਂ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ। ਸਾਰੀਆਂ ਪਾਰਟੀਆਂ ਨੂੰ ਆਪਣੇ ਸਟੈਂਡ ਮੁੜ ਤੋਂ ਨਵਿਆਉਣੇ ਪੈਣਗੇ ਇਸ ਮਾਮਲੇ 'ਚ। ਔਰ ਇਹ ਜਿਹੜੀਆਂ ਮੌਤਾਂ ਹੋਈਆਂ, ਜਿਵੇਂ ਤੁਸੀਂ ਗੱਲ ਕੀਤੀ, ਮੈਂ ਕਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਮੇਰੇ ਨਾਂ ਪਿੱਛੇ ਸਿੰਘ ਲੱਗਦਾ ਹੈ, ਔਰ ਜਿਹੜੇ ਉੱਥੇ ਮਾਰੇ ਗਏ ਉਹ ਮੈਂ ਜ਼ਿਆਦਾ ਅਖਬਾਰ ਦੇ ਵਿੱਚੋਂ ਸਿੰਘ ਨਾਮ ਨਾਲ ਪੜ੍ਹ ਰਿਹਾ। ਸੋ ਖੈਰ, ਪੰਜਾਬ ਦੀ ਰਾਜਨੀਤੀ ਉਹਦੇ ਅਸਰ ਤੋਂ ਬਚ ਨਹੀਂ ਸਕਣੀ। ਤੇ ਗੱਲ ਇਹ ਵੀ ਆ ਕਿ ਕਿਧਰੇ ਸਟੇਟ ਔਰ ਸਿੱਖਾਂ 'ਚ ਵੀ ਟਕਰਾਅ ਦੀ ਸਥਿਤੀ ਨਾ ਬਣ ਜਾਏ। ਸਟੇਟ ਮਤਲਬ ਪਾਵਰਫੁਲ ਧਿਰ, ਸਟੇਟ ਨੂੰ ਮੈਂ ਅਕਸਰ ਕੇਂਦਰ ਨਾਲ ਜੋੜ ਕੇ ਹੀ ਦੇਖਦਾ, ਇਹ ਤਾਂ ਸਾਡੀਆਂ ਸੂਬੀਆਂ ਬਣ ਗਈਆਂ, ਇਹਨਾਂ ਦੇ ਤੇ ਪੱਲੇ ਹੀ ਕੁਝ ਨਹੀਂ। ਅਗਲੀ ਗੱਲ ਜਿਹੜੀ ਹੈ ਕਿ ਇਹ ਸੰਵਾਦ ਇੱਕ ਪੱਧਰੀ ਆ, ਦੂਜੇ ਪੱਧਰੀ ਬੇਅਦਬੀਆਂ ਦਾ ਸੰਵਾਦ ਹੈ, ਲੋਕ ਭਾਵਨਾਵਾਂ ਦਾ। ਸੋ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡੇ 'ਚ ਗੱਲ ਕੀਤੀ ਆ, ਉਹਦੇ ਸੰਦਰਭ ਵੀ ਵੱਖਰੇ ਆ ਤੇ ਉਹ ਬਹੁਤ ਦਿਸ਼ਾਵੀ ਵੀ ਆ। ਅਕਾਲੀ ਦਲ ਕਾਂਗਰਸ ਦੀ ਲੜਾਈ ਦਰਮਿਆਨ ਵੀ, ਕਾਂਗਰਸ ਦੇ ਹਾਸ਼ੀਏ ਵੱਲ ਵਧਣ ਦੇ ਬਾਵਜੂਦ ਵੀ ਆਪਣੀ ਸਪੇਸ ਗ੍ਰਹਿਣ ਨਹੀਂ ਸੀ ਕਰ ਸਕਿਆ। ਅਕਾਲੀ ਦਲ ਨੂੰ ਉਨੀ ਪ੍ਰਾਥਮਿਕਤਾ ਜਿਹੜੀ ਮਿਲਣੀ ਸੀ, ਪਹਿਲ ਮਿਲਣੀ ਸੀ, ਉਹ ਪੰਜਾਬ ਦੇ ਲੋਕਾਂ ਨਹੀਂ ਦਿੱਤੀ। ਆਖਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਆ ਗਏ, ਨਾਲ ਪੂਰੀ ਫੈਮਿਲੀ ਸੀ, ਪਰਿਵਾਰ ਸੀ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਸਾਰੇ ਸਟੇਜ ਤੇ ਸੀ। ਲੇਕਿਨ ਉਹਨਾਂ ਦੀ ਲਈ ਗਈ ਲਾਈਨ ਤੇ ਉਸੇ ਵੇਲੇ ਹੀ ਲਈ ਗਈ ਲਾਈਨ ਸਿੱਧੂ ਵਾਲੀ, ਜਿਹੜੀ ਉਹ ਫਿਰ ਆਪਣੇ ਸਰਕਾਰ ਦੇ ਉੱਤੇ ਕਿ ਇਦਾਂ ਨਹੀਂ, ਜੇ ਫੇਸ ਸੇਵਿੰਗ ਨਹੀਂ ਹੋਣੀ ਅਸੀਂ ਕਿਹੜੇ ਮੂੰਹ ਨਾਲ ਜਾਣਾ, ਹੁਣ ਨਹੀਂ ਜੇ ਕੰਧ ਤੇ ਲਿਖਿਆ ਪੜ੍ਹਨਾ ਹੀ ਪੈਣਾ। ਹੁਣ ਇਹਨਾਂ ਸਾਰੀਆਂ ਧਿਰਾਂ ਚੋਂ ਬਚੂ ਕੌਣ? ਬੇਅਦਬੀਆਂ, ਨਸ਼ਿਆਂ ਦੇ ਮੁੱਦੇ ਤੇ ਕੌਣ ਸੁਰਖਰੂ ਹੋ ਕੇ ਨਿਕਲੂ? ਬਾਦਲ ਕੇ ਸਜ਼ਾ ਭੁਗਤ ਚੁੱਕੇ ਆ ਤੇ ਭੁਗਤ ਰਹੇ ਆ। ਕੈਪਟਨ ਅਮਰਿੰਦਰ ਸਿੰਘ ਬਾਹਰ ਹੋ ਗਿਆ, ਗੈਰ ਪ੍ਰਸੰਗਿਕ ਹੋ ਗਿਆ। ਅੱਜ ਦੇ ਘਟਨਾਕ੍ਰਮ ਨਾਲ ਜੋ ਯੂਪੀ 'ਚ ਹੋਇਆ, ਬੀਜੇਪੀ ਨਾਲ ਜਿਹੜਾ ਵੀ ਜਾਊਗਾ ਫਿਲਹਾਲ ਉਹਦੇ ਲਈ ਬਹੁਤ ਮੁਸ਼ਕਲ ਹੋਣ ਵਾਲੀ ਆ ਕਿਸਾਨੀ ਮਾਮਲਿਆਂ ਨੂੰ ਚੱਲਦੇ ਆ। ਤੇ ਚਰਨਜੀਤ ਸਿੰਘ ਚੰਨੀ ਜੇ ਸਿੱਧੂ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ 'ਚ ਅਸਮਰਥ ਰਹਿੰਦੇ ਆ ਤਾਂ ਜ਼ਰੂਰੀ ਆ ਕਿ ਇਹ ਵੀ ਸਰਕਾਰ ਨਹੀਂ ਰਹਿਣੀ
ਮੈਂ ਇਸ ਦਾਅਵੇ ਨਾਲ ਕਹਿ ਰਿਹਾ ਕਿ ਇਹ ਸਰਕਾਰ ਮੁੜ ਕੇ ਆਉਣੀ ਸੰਭਵ ਨਹੀਂ ਜੇ ਇਹ ਬੇਸਿਕ ਮਸਲੇ ਐਡਰੈਸ ਨਾ ਕੀਤੇ ਜਿਨ੍ਹਾਂ ਤੇ ਕੈਪਟਨ ਲਾਏ ਸੀ। ਜੇ ਉੱਦਾਂ ਖੜੇ ਰਹਿ ਗਏ ਤਾਂ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਪ੍ਰਕਰਨ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਆਪਣਾ ਚਿਹਰਾ ਬਚਾ ਸਕੂਗਾ, ਇਹ ਵੀ ਬਹੁਤ ਵੱਡਾ ਸਵਾਲ ਆ। ਸਿਰਫ ਟਵਿੱਟਰ ਤੇ ਰਹਿਣ ਨਾਲ, ਸਿਰਫ ਆਪਣੀ ਸਟੇਟਮੈਂਟ ਦੇ ਕੇ, ਜਿਹਨੂੰ ਕਹਿੰਦੇ ਨਾ ਹਿਡਨ ਯੁੱਧ, ਜਿਹੜੀ ਲੁਕਵੀਂ ਗੁਰੀਲਾ ਹੁੰਦੀ ਯੁੱਧ, ਉਹਦੇ 'ਚ ਰਹਿ ਕੇ ਤੁਸੀਂ ਆਪਣਾ ਫੇਸ ਬਚਾ ਸਕੋਗੇ? ਇਹ ਬੜਾ ਅਹਿਮ ਮੁੱਦਾ, ਇਹਦੇ ਤੇ ਤੁਹਾਡੀ ਟਿੱਪਣੀ। ਸਭ ਤੋਂ ਪਹਿਲੇ ਤੇ ਗੱਲ ਕਰੀਏ 1984 ਦੀ ਬੇਅਦਬੀ ਦੀ ਗੱਲ, ਜਿਹੜੀ ਬਾਦਲ ਸਾਹਿਬ ਨੇ ਕੱਲ ਬਠਿੰਡੇ ਤੋਂ ਕੀਤੀ। ਉਸ ਬੇਅਦਬੀ ਦੇ ਉੱਤੇ ਉਹ ਇੱਕ ਬੜੀ ਮਾੜੀ ਘਟਨਾ ਸੀਗੀ, ਜਿਹਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਉਹਦੇ ਵਿੱਚ ਕੋਈ ਵੀ ਪੰਜਾਬੀ ਉਹਨੂੰ ਸਹੀ ਨਹੀਂ ਠਹਿਰਾਉਂਦਾ। ਚਲੋ ਬਹੁਤ ਗਲਤ ਗੱਲ ਸੀ ਕਿ ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਪਰ ਉਸ ਗਲਤ ਗੱਲ ਦੇ ਉੱਤੇ ਬਾਦਲ ਸਾਹਿਬ ਜਿਹੜਾ ਬਠਿੰਡੇ ਤੋਂ ਗੱਲ ਪਾਂਡੇ ਸਾਹਿਬ ਦੀ ਕਰ ਰਹੇ ਨੇ, ਉਹਦੇ ਨਾਲ ਨਾਲ ਬਾਦਲ ਸਾਹਿਬ ਨੂੰ ਇਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਬੀਜੇਪੀ ਨੇ, LK ਅਡਵਾਨੀ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਹ ਕਲੇਮ ਕੀਤਾ ਸੀਗਾ ਕਿ ਇੰਦਰਾ ਗਾਂਧੀ ਨਹੀਂ ਚਾਹੁੰਦੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਜ਼ਬਰਦਸਤੀ ਫੌਜਾਂ ਨੂੰ ਭੇਜਣਾ। ਇਹ ਤੇ ਬੀਜੇਪੀ ਨੇ ਫੋਰਸ ਕੀਤਾ ਇੰਦਰਾ ਗਾਂਧੀ ਨੂੰ ਕਿ ਤੁਸੀਂ ਇਹ ਕੰਮ ਕਰੋ, ਔਰ ਉਹ ਬੀਜੇਪੀ ਉਹਦਾ ਕ੍ਰੈਡਿਟ ਲੈਣ ਦਾ ਕੋਸ਼ਿਸ਼ ਕਰਦੀ ਹੈ। ਉਸ ਦੇ ਬਾਵਜੂਦ ਵੀ ਬਾਦਲ ਸਾਹਿਬ ਹਮੇਸ਼ਾ ਨਹੁੰ ਮਾਂ ਦਾ ਰਿਸ਼ਤਾ ਭਾਜਪਾ ਦੇ ਨਾਲ ਕਹਿੰਦੇ ਰਹਿੰਦੇ ਨੇ। ਹੁਣ ਇਹ ਦੱਸੋ ਕਿ ਜਿਹੜੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਉਹ ਇੰਦਰਾ ਗਾਂਧੀ ਚਾਹੁੰਦੀ ਨਹੀਂ ਸੀ ਕਰਨਾ, ਅਸੀਂ ਤੇ ਉਹਦੇ ਨਾਲ ਧੱਕੇ ਨਾਲ ਕਰਾਇਆ। ਇਹ ਅਡਵਾਨੀ ਸਾਹਿਬ ਨੇ ਆਪਣੀ ਕਿਤਾਬ, ਇਹ ਅਡਵਾਨੀ ਸਾਹਿਬ ਨੇ ਆਪਣੀ ਕਿਤਾਬ 'ਚ ਲਿਖਿਆ, ਮਾਈ ਲਾਈਫ ਮਾਈ ਕੰਟਰੀ ਕਿਤਾਬ ਦਾ ਨਾਂ ਹੈ। ਮੈਨੂੰ ਪੇਜ ਨੰਬਰ ਵੀ ਯਾਦ ਸੀਗਾ। ਉਸ ਪੇਜ ਦੇ ਵਿੱਚ ਕੋਈ ਵੀ ਜਾ ਕੇ ਪੜ੍ਹ ਸਕਦਾ ਹੈ, ਜਿਹਦੇ ਵਿੱਚ ਅੰਗਰੇਜ਼ੀ ਦੇ ਵਿੱਚ ਇਹ ਗੱਲ ਸਾਫ਼-ਸਾਫ਼ ਤੌਰ ਤੇ ਲਿਖੀ ਹੋਈ ਹੈ ਕਿ ਇੰਦਰਾ ਗਾਂਧੀ ਨੈਵਰ ਵਾਂਟਡ ਟੂ ਫੋਰਸਲੀ ਐਂਟਰ ਇਨਟੂ ਦਰਬਾਰ ਸਾਹਿਬ, ਬਟ ਇਟ ਵਾਜ਼ ਓਨਲੀ ਬੀਜੇਪੀ ਵਿਚ ਫੋਰਸਡ ਹਰ ਟੂ ਡੂ ਇਟ। ਯਾਨੀ ਬੀਜੇਪੀ ਨੇ ਹੀ ਉਹਨਾਂ ਨੂੰ ਜ਼ਬਰਦਸਤੀ ਅੰਦਰ ਭੇਜਿਆ ਸੀ। ਹੁਣ ਇਸ ਗੱਲ ਦਾ ਜ਼ਿਕਰ ਬਾਦਲ ਸਾਹਿਬ ਨੇ ਕੱਲ ਬਠਿੰਡੇ ਤੋਂ ਨਹੀਂ ਕੀਤਾ, ਕਿਉਂਕਿ ਉਸ ਕਿਤਾਬ ਦੇ ਛਪਣ ਤੋਂ ਬਾਅਦ ਵੀ, ਚਲੋ ਕਿਤਾਬ ਤੇ ਅਡਵਾਨੀ ਸਾਹਿਬ ਨੇ 10 ਕੁ ਸਾਲ ਪਹਿਲੇ ਲਿਖੀ ਹੋਏਗੀ, ਪਰ ਬਾਦਲ ਸਾਹਿਬ ਤੇ ਉਸ ਟਾਈਮ ਐਕਟਿਵ ਪੋਲਿਟਿਕਸ ਦੇ ਵਿੱਚ ਸੀਗੇ। ਬਾਦਲ ਸਾਹਿਬ ਨੂੰ ਤੇ ਚੰਗੀ ਤਰ੍ਹਾਂ ਪਤਾ ਹੋਏਗਾ ਕਿ ਭਾਜਪਾ ਦਾ ਉਸ ਟਾਈਮ ਕੀ ਰੋਲ ਸੀਗਾ। ਅੱਗੇ ਚੱਲਦੇ ਹਾਂ। ਐਸੀ ਬਾਦਲ ਸਾਹਿਬ ਦੀ ਪੋਲੀਟੀਕਲ ਪਾਰਟੀ ਅਕਾਲੀ ਦਲ ਨੂੰ ਉਸੇ ਕਿਤਾਬ ਦੇ ਵਿੱਚ ਇੱਕ ਸੈਪਰੇਟਿਸਟ ਫੋਰਸ ਕਿਹਾ ਗਿਆ ਸੀ। ਉਸ ਤੋਂ ਬਾਵਜੂਦ ਵੀ ਬਾਦਲ ਸਾਹਿਬ ਲਗਾਤਾਰ ਹਜੇ ਸਾਲ ਡੇਢ ਸਾਲ ਪਹਿਲੇ ਤੱਕ ਇਹ ਕਹਿੰਦੇ ਰਹੇ ਕਿ ਭਾਜਪਾ ਦੇ ਨਾਲ ਸਾਡਾ ਨਹੁੰ ਮਾਂ ਦਾ ਰਿਸ਼ਤਾ ਹੈ। ਮੈਂ ਅਕਾਲੀ ਦਲ ਦੇ ਖਿਲਾਫ ਨਹੀਂ ਹੈਗਾ। ਜਦ ਮੈਂ ਇਦਾਂ ਦੀ ਗੱਲਾਂ ਕਰ ਰਿਹਾ ਤੇ ਕੋਈ ਇਹ ਨਾ ਸਮਝੇ ਕਿ ਮੇਰਾ ਕੋਈ ਵਿਰੋਧ ਹੈ ਅਕਾਲੀ ਦਲ ਦਾ, ਪਰ ਮੈਂ ਤੁਸੀਂ ਬਲੈਕ ਐਂਡ ਵਾਈਟ ਦੇ ਵਿੱਚ ਲੈ ਕੇ ਆ ਰਿਹਾ। ਭਾਸਕਰ ਸਾਹਿਬ, ਤੁਸੀਂ ਬਿਲਕੁਲ ਸਫਾਈ ਨਾ ਦਿਓ, ਨਾ ਸਾਡਾ ਕੋਈ ਸੱਜਣ ਆ ਨਾ ਸਾਡਾ ਦੁਸ਼ਮਣ। ਅਸੀਂ ਜਦੋਂ ਗੱਲ ਕਰਾਂਗੇ ਤੱਥਾਂ ਤੇ ਕਰਾਂਗੇ, ਨਹੀਂ ਤਾਂ ਲੋਕ ਸਾਨੂੰ ਬਖਸ਼ਣਗੇ ਨਹੀਂ। ਜੇ ਅਸੀਂ ਤੱਥਾਂ ਤੋਂ ਬਾਹਰ ਜਾਵਾਂਗੇ, ਦੁਨੀਆ ਸਭ ਜਾਣਦੀ ਹੈ। ਜਦੋਂ ਖੁਸ਼ਵੰਤ ਸਿੰਘ ਆਪਣੇ ਆਰਟੀਕਲ ਦੇ ਉੱਪਰ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਲਿਖਤੇ, ਤੇ ਉਹ ਇਸੇ ਕਰਕੇ ਸੀਗਾ ਕਿ ਉਹਨਾਂ ਦੇ ਸਾਰੇ ਸੱਜਣ ਸੀ ਤੇ ਸਾਰੇ ਦੁਸ਼ਮਣ ਸੀ। ਜਿਸ ਵਿਸ਼ੇ ਤੇ ਗੱਲ ਕਰਨੀ ਹੈ, ਜਿੰਨੀ ਸਮਝ ਤੁਹਾਡੀ ਹੈਗੀ ਆ, ਤੁਸੀਂ ਉਹਨੂੰ ਬਦਲ ਕੇ ਨਾ ਕਰੋ। ਇਹ ਸਾਡਾ ਧਰਮ ਹੈ ਜੀ। ਬਿਲਕੁਲ, ਇਹ ਦੋ ਮੁੱਦਿਆਂ ਦੀ ਗੱਲ ਤਾਂ ਮੈਂ ਪਹਿਲੇ ਕੀਤੀ। ਜਿਸ ਪੋਲੀਟੀਕਲ ਪਾਰਟੀ ਦੇ ਨਾਲ ਬੜੇ ਟਾਈਮ ਤੱਕ ਨਹੁੰ ਮਾਂ ਦਾ ਰਿਸ਼ਤਾ ਅਕਾਲੀ ਦਲ ਦਾ ਰਿਹਾ, ਉਸ ਪੋਲੀਟੀਕਲ ਪਾਰਟੀ ਦੇ ਵੱਡੇ ਆਗੂ ਨੇ ਆਪ ਇਹ ਗੱਲ ਮੰਨੀ ਸੀ ਜਿਹਦਾ ਜ਼ਿਕਰ ਮੈਂ ਹੁਣੇ ਕੀਤਾ ਹੈ। ਉਸ ਤੋਂ ਇਲਾਵਾ ਬਾਦਲ ਸਾਹਿਬ ਆਰਟੀਕਲ 25 ਦੇ ਵਿੱਚ ਅਮੈਂਡਮੈਂਟ ਵਾਸਤੇ ਟਰੱਕ ਡਰਾਈਵਰ ਬਣ ਕੇ ਦਿੱਲੀ ਤੱਕ ਗਏ ਸੀਗੇ, ਕੇਸ ਬਦਲ ਕੇ। ਉੱਥੇ ਜਾ ਕੇ ਕਨਸਟੀਟਿਊਸ਼ਨ ਦੀ ਕਾਪੀਆਂ ਤੱਕ ਸਾੜੀ ਸੀਗੀ। ਅੱਜ ਉਹੀ ਆਰਟੀਕਲ 25 ਦੀ ਅਮੈਂਡਮੈਂਟ ਵਾਸਤੇ ਕਈ ਵਾਰ ਪ੍ਰਾਈਵੇਟ ਬਿੱਲ ਲੋਕ ਸਭਾ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਗਏ, ਪਰ ਉਹਨਾਂ ਮੁੱਦਿਆਂ ਦੇ ਉੱਤੇ ਕਦੀ ਵੀ ਕੋਈ ਐਕਸ਼ਨ ਜਾਂ ਰਿਐਕਸ਼ਨ ਅਕਾਲੀ ਦਲ ਦਾ ਨਹੀਂ ਆਇਆ। ਜੇ ਤੁਸੀਂ ਅੱਜ ਅਕਾਲੀ ਦਲ ਦੇ ਆਗੂਆਂ ਨੂੰ ਆਰਟੀਕਲ 25 ਦੇ ਬਾਰੇ 'ਚ ਪੁੱਛ ਵੀ ਲਓ, ਤੇ ਜਿਹੜੇ ਦੂਜੇ ਤੀਜੇ ਰੈਂਕ ਦੇ ਲੀਡਰ ਹੈਗੇ ਨੇ, ਉਹਨਾਂ ਨੂੰ ਤੇ ਇਹ ਪਤਾ ਹੀ ਨਹੀਂ ਕਿ ਆਰਟੀਕਲ 25 ਦੇ ਵਿੱਚ ਕਿੱਦਾਂ ਦੀ ਅਮੈਂਡਮੈਂਟ ਅਸੀਂ ਚਾਹੁੰਦੇ ਹਾਂ, ਜਾਂ ਕਿਸ ਗੱਲ ਕਰਕੇ ਬਾਦਲ ਸਾਹਿਬ ਨੇ ਕਨਸਟੀਟਿਊਸ਼ਨ ਦੀ ਕਾਪੀਆਂ ਸਾੜੀ ਸੀਗੀ। ਚਲੋ ਦੂਜੇ ਪਾਸੇ ਹੁਣ ਗੱਲ ਸਿੱਧੂ ਵੱਲ ਤੁਰੀਏ। ਸਿੱਧੂ ਉਹਨਾਂ ਦਾ ਬਾਰ-ਬਾਰ ਬੇਅਦਬੀਆਂ ਦੇ ਮੁੱਦੇ ਤੇ ਆਪਣੀ ਹੀ ਸਰਕਾਰ ਨੂੰ ਵਾਰਨਿੰਗ ਦੇਣਾ ਇਹ ਬਣਦਾ ਵੀ ਹੈ। ਕਾਰਨ ਕਿ 2017 ਦੀ ਚੋਣ ਦੇ ਵਿੱਚ ਬੇਅਦਬੀ ਹੀ ਇੱਦਾਂ ਦਾ ਮੁੱਦਾ ਸੀਗਾ ਜਿਹਦੇ ਕਰਕੇ ਅਕਾਲੀ ਦਲ ਹਾਸ਼ੀਆ ਤੇ ਚਲਾ ਗਿਆ। ਕੈਪਟਨ ਅਮਰਿੰਦਰ ਸਿੰਘ ਭਾਵੇਂ ਆਪਣੀ ਪਿੱਠ ਥਪਥਪਾਉਂਦੇ ਨੇ ਕਿ ਮੈਂ 2017 ਦੇ ਵਿੱਚ ਕਾਂਗਰਸ ਨੂੰ ਜਿੱਤ ਦਿਲਾਈ, ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਭਾਜਪਾ ਤੇ ਅਕਾਲੀ ਦਲ ਨੇ
ਆਪਣੇ ਵੋਟ ਟ੍ਰਾਂਸਫਰ ਕੀਤੇ, ਕਿਉਂਕਿ ਇਹ ਗੱਲ ਮੈਂ ਖੁਦ ਮਹਿਸੂਸ ਕੀਤੀ ਸੀ ਕਿ ਜਦ ਪੋਲਿੰਗ ਵਾਲਾ ਦਿਨ ਸੀਗਾ। ਉਸ ਤੋਂ ਬਾਅਦ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਆ ਜਾਂਦੀ ਹੈ। ਰਲੀ ਹੋਈ ਰਾਜਨੀਤੀ ਦਾ ਤੁਹਾਨੂੰ ਪਤਾ ਹੀ ਲੱਗ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਕਿਹਾ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ, ਉਹ ਨਸ਼ਾ ਤੇ ਖਤਮ ਹੋਇਆ ਜਾਂ ਨਹੀਂ ਹੋਇਆ, ਪਰ 3 ਸਾਲ ਤੱਕ ਉਹ ਲਿਫਾਫੇ, ਬੰਦ ਲਿਫਾਫਿਆਂ ਦੇ ਉੱਤੇ ਕੁੰਡਲੀ ਮਾਰ ਕੇ ਕੈਪਟਨ ਸਾਹਿਬ ਬੈਠੇ ਰਹੇ। ਉਹ ਹਾਲਾਂਕਿ ਹਜੇ ਵੀ ਉਹ ਕੁੰਡਲੀ ਵੱਜੀ ਹੋਈ ਹੈ, ਕਿਉਂਕਿ ਬੰਦ ਲਿਫਾਫੇ ਕਦੋਂ ਖੁੱਲਣਗੇ ਪਤਾ ਨਹੀਂ। ਹੁਣ ਦੂਜੀ ਗੱਲ, ਬੇਅਦਬੀਆਂ ਦੇ ਮੁੱਦੇ ਦੇ ਕਈ ਐਸਆਈਟੀਆਂ ਬਣ ਗਈਆਂ, ਔਰ ਸਾਰੀ ਐਸਆਈਟੀ 3 ਕਮਿਸ਼ਨ ਬਣਨ ਤੋਂ ਬਾਅਦ ਹੁਣ ਜਦ ਜ਼ੋਰਾ ਸਿੰਘ ਕਮਿਸ਼ਨ ਬਣਿਆ ਸੀਗਾ, ਉਹਦੀ ਰਿਪੋਰਟ ਬਾਦਲ ਸਾਹਿਬ ਨੇ ਲਿੱਤੀ ਨਹੀਂ, ਉਹ ਜ਼ੋਰਾ ਜ਼ਬਰਦਸਤੀ ਉਹ ਜਾ ਕੇ ਦੇ ਕੇ ਆਏ। ਉਸ ਤੋਂ ਬਾਅਦ ਜਿਹੜਾ ਕਮਿਸ਼ਨ ਬਣਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਇੱਕ ਧਿਰ ਨੂੰ ਉਹਦੇ ਵਾਸਤੇ ਰਿਸਪੌਂਸੀਬਲ ਠਹਿਰਾਇਆ ਜਾ ਰਿਹਾ ਸੀਗਾ। ਉਸ ਰਿਪੋਰਟ ਦੇ ਉੱਤੇ ਐਕਸ਼ਨ ਲੈਣ ਦੀ ਬਜਾਏ ਇੱਕ ਸਿੱਟ ਹੋਰ ਬਣਾ ਦਿੱਤੀ ਗਈ। ਫਿਰ ਉਹ ਸਿੱਟ ਦੀ ਰਿਪੋਰਟ ਹਾਈ ਕੋਰਟ ਤੋਂ ਕੈਂਸਲ ਹੋ ਗਈ, ਰਿਜੈਕਟ ਹੋ ਗਈ, ਫਿਰ ਇੱਕ ਸਿੱਟ ਹੋਰ ਬਣਾ ਦਿੱਤੀ ਗਈ। ਤੀਜੀ ਸਿੱਟ ਕੀ ਕਰ ਰਹੀ ਹੈ ਹਜੇ ਤੱਕ ਬਹੁਤੀ ਜਾਣਕਾਰੀ ਨਹੀਂ। ਕਦੀ ਕਦੀ ਅਖਬਾਰਾਂ ਦੇ ਵਿੱਚ ਖਬਰ ਆ ਜਾਂਦੀ ਹੈ ਕਿ ਵੀ ਉੱਥੇ 2 ਫੜ ਲਏ, ਉੱਥੇ 1 ਫੜ ਲਏ, ਇੱਕ ਬੁੱਕ ਕਰ ਲਿਆ, ਤੇ ਬਾਕੀ ਉਹ ਕਿਸ ਸਿੱਟੇ ਤੇ ਉਹ ਸਿੱਟ ਪਹੁੰਚ ਰਹੀ ਹੈ ਇਸ ਬਾਰੇ ਚ ਕੁਝ ਨਹੀਂ ਪਤਾ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਬੜੇ ਵਧੀਆ ਤਰੀਕੇ ਨਾਲ ਕਹਿੰਦੇ ਆ ਕਿ ਵੀ ਐਸਆਈਟੀ ਦਾ ਕੰਮ ਕਰ ਰਹੇ ਸੀਗੇ, ਪਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਲਾਸਟ ਵਿੱਚ ਜਦ ਉਹਨਾਂ ਦਾ ਲਾਸਟ ਟਾਈਮ ਚੱਲ ਰਿਹਾ ਸੀਗਾ ਉਸ ਸਿੱਟ ਦੇ ਵਿੱਚ, ਉਹ ਡੇਰਾ ਮੁਖੀ ਨਾਲ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਗੱਲ ਕਰਨਾ ਚਾਹੁੰਦੇ ਸੀ। ਪਹਿਲੇ ਖਬਰ ਸੀ ਕਿ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ, ਬਾਅਦ ਚੋਂ ਪਤਾ ਲੱਗਿਆ ਕਿ ਉਹਨਾਂ ਨੂੰ ਇਜਾਜ਼ਤ ਮਿਲ ਗਈ ਸੀ, ਪਰ ਉਹਨਾਂ ਨੇ ਉਹ ਪੁੱਛਗਿੱਛ ਕਿਉਂ ਨਹੀਂ ਕੀਤੀ। ਇਸ ਗੱਲ ਦਾ ਜਵਾਬ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਦੇਣਾ ਪਏਗਾ ਕਿ ਉਹ ਪੁੱਛਗਿੱਛ ਉਹਨਾਂ ਨੇ ਕਿਉਂ ਨਹੀਂ ਕੀਤੀ ਇਜਾਜ਼ਤ ਮਿਲਣ ਤੋਂ ਬਾਅਦ ਵੀ, ਕਿਉਂਕਿ ਇਸ ਗੱਲ ਦਾ ਖੁਲਾਸਾ ਕਦੀ ਵੀ ਕਿਸੇ ਜਗ੍ਹਾ ਨਹੀਂ ਹੋਇਆ ਕਿ ਉਹਨਾਂ ਨੂੰ ਇਜਾਜ਼ਤ ਮਿਲਣ ਤੋਂ ਬਾਵਜੂਦ ਉਹਨਾਂ ਨੇ ਉਹ ਪੁੱਛਗਿੱਛ ਨਹੀਂ ਕੀਤੀ। ਜੇ ਪੁੱਛਗਿੱਛ ਕੀਤੀ ਹੁੰਦੀ ਤੇ ਗੱਲ ਕਿਸੇ ਸਿੱਟੇ ਤੱਕ ਪਹੁੰਚੀ ਹੁੰਦੀ। ਜਿਹੜੀ ਹਾਈ ਕੋਰਟ ਤੋਂ ਰਿਪੋਰਟ ਰਿਜੈਕਟ ਹੋਈ ਹੈ ਉਹਦਾ ਵੀ ਕੁਝ ਕਾਰਨ ਹੁੰਦਾ। ਚਲੋ ਅੱਗੇ ਤੁਰੀਏ, ਤੇ ਹੁਣ ਬੇਅਦਬੀ ਦਾ ਮੁੱਦਾ ਇੱਕ ਵਾਰ ਫੇਰ ਸੈਂਟਰ ਸਟੇਜ ਤੇ ਹੈ। ਸਿੱਧੂ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਘੱਟ ਤੋਂ ਘੱਟ 3 ਵਾਰ ਟਵੀਟ ਕਰਕੇ ਇਸ ਮੁੱਦੇ ਨੂੰ ਉਜਾਗਰ ਕਰਨ ਦੀ ਗੱਲ ਕੀਤੀ ਹੈ, ਇਸ ਮੁੱਦੇ ਦੇ ਉੱਤੇ ਕੋਈ ਕੰਮ ਕਰਨ ਦੀ ਗੱਲ ਕੀਤੀ ਹੈ। ਪਰ ਦੂਜੇ ਪਾਸੇ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਜਦ ਤੋਂ ਮੁੱਖ ਮੰਤਰੀਸ਼ਿਪ ਲਿੱਤੀ ਹੈ ਉਹਨਾਂ ਨੇ, ਤਦ ਤੋਂ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹਜੇ ਤੱਕ ਤੇ ਕੁਝ ਨਹੀਂ ਹੋਇਆ, ਬਲਕਿ ਹੋਇਆ ਇੰਨਾ ਕੁ ਹੈ ਕਿ ਜਿਹੜੇ ਬੇਅਦਬੀਆਂ ਜਾਂ ਗੋਲੀकांड ਦੇ ਮੁੱਦੇ ਦੇ ਉੱਤੇ ਜਿਹੜੇ ਵਕੀਲ ਦੂਜੇ ਪਾਸੇ ਜਿਹੜੇ ਮਤਲਬ ਅਕਾਲੀ ਦਲ ਦਾ ਜਿਹੜਾ ਪੱਖ ਘੋੜਦੇ ਸੀਗੇ, ਉਹਨਾਂ ਨੂੰ ਹੀ ਤੁਸੀਂ ਏਜੀ ਲਾਇਆ। ਫਿਰ ਜਿਹੜੇ ਬੈਂਸ ਸਾਹਿਬ ਹੈਗੇ ਆ ਉਹਨਾਂ ਦੀ ਅਪਾਇੰਟਮੈਂਟ ਹੋਈ, ਉਹ ਵੀ ਇੱਕ ਕੰਟਰੋਵਰਸੀ ਦੇ ਵਿੱਚ ਆ ਗਈ, ਕਿਉਂਕਿ ਉਹ ਵੀ ਕੰਪਲੇਨੈਂਟ ਜਿਹੜੇ ਅਜੀਤ ਸਿੰਘ ਸੀਗੇ ਉਹਨਾਂ ਦੇ ਬਾਰੇ 'ਚ ਉਹਨਾਂ ਨੂੰ ਪਹਿਲੇ ਰਿਪਰੈਜ਼ੈਂਟ ਸੇਮ ਕੇਸ ਵਿੱਚ ਕਰ ਚੁੱਕੇ ਨੇ। ਜੇ ਹੁਣ ਉਸ ਕੇਸ ਦੇ ਵਿੱਚ ਦੁਬਾਰਾ ਰਿਪਰੈਜ਼ੈਂਟ ਕਰਦੇ ਨੇ ਤਾਂ ਉਹਨਾਂ ਨੂੰ ਅੱਗੇ ਚੱਲ ਕੇ ਇਸ ਕੇਸ ਨੂੰ ਜਿੱਤਣ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਕੇਸ ਇਸ ਮੁੱਦੇ ਤੇ ਰਿਜੈਕਟ ਹੋ ਸਕਦਾ ਹੈ। ਫਿਰ ਜਿਹੜਾ ਸਿੱਧੂ ਉਹਨਾਂ ਦਾ ਟਵੀਟ ਆਇਆ ਇਸ ਮੁੱਦੇ ਦੇ ਉੱਤੇ, ਤੁਸੀਂ ਇਹ ਮੰਨ ਕੇ ਚਲੋ ਕਿ ਅਸੀਂ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਵਾਂਗੇ ਅਗਰ ਇਹਨਾਂ ਮੁੱਦਿਆਂ ਨੂੰ ਅਸੀਂ ਸਿੱਟੇ ਤੱਕ ਨਹੀਂ ਲੈ ਕੇ ਗਏ। ਇਹ ਸਿੱਧੀ ਵਾਰਨਿੰਗ ਹੈ। ਔਰ ਸਿੱਧੂ ਉਹਨਾਂ ਜਦ ਕੋਈ ਮੁੱਦੇ ਚੱਕਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਰੈਜ਼ਿਗਨੇਸ਼ਨ ਤੱਕ ਦੇ ਦਿੰਦੇ ਨੇ। ਇਹ ਸਾਰਿਆਂ ਨੇ ਅਸੀਂ ਦੇਖਿਆ। ਹੁਣ ਅੱਗੇ ਚੱਲ ਕੇ ਜੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਔਰ ਸਿੱਧੂ ਉਹਨਾਂ ਦਾ ਇਸ ਮੁੱਦੇ ਤੇ ਕੋਈ ਰਫੜ ਪੈਂਦਾ ਹੈ, ਤੇ ਜਿਸ ਮੁੱਦੇ ਤੇ ਜਿੱਦਾਂ ਆਪਾਂ ਪਹਿਲੇ ਕਹਿ ਚੁੱਕੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਮੁੱਖ ਮੰਤਰੀ ਦੀ ਸ਼ਿਪ ਗਈ, ਦੂਜੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਣਾ ਪਿਆ। ਹੁਣ ਕੈਪਟਨ ਅਮਰਿੰਦਰ ਸਿੰਘ ਇੱਕ ਗੱਲ ਕਹਿੰਦੇ ਨੇ ਕਿ ਦੇਖੋ ਜੱਟ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਉਹ ਉਹਨਾਂ ਦੇ ਨਾਲ ਨੇ, ਪਰ ਇਹ ਗੱਲ ਦੇਖਣੀ ਪਏਗੀ ਕਿ ਉਹ ਸਿੱਖ ਹੀ ਸੀਗੇ ਜਿਨ੍ਹਾਂ ਨੇ 2 ਮੁੱਖ ਮੰਤਰੀਆਂ ਨੂੰ ਬੇਅਦਬੀ ਦੇ ਮੁੱਦੇ ਤੇ ਹਿਲਾ ਕੇ ਰੱਖਤਾ। ਪਹਿਲਾ ਪ੍ਰਕਾਸ਼ ਸਿੰਘ ਬਾਦਲ ਯਾਨੀ ਅਕਾਲੀ ਦਲ ਦੀ ਸਰਕਾਰ, ਦੂਜਾ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਮੇਨ ਐਲੀਗੇਸ਼ਨ ਉਹਨਾਂ ਦੇ ਖਿਲਾਫ ਇਹੀ ਸੀਗਾ ਕਿ ਇਹ ਬਾਦਲਾਂ ਨਾਲ ਰਲੇ ਹੋਏ ਨੇ ਔਰ ਉਸ ਨੈਰੇਟਿਵ ਨੂੰ ਉਹ ਕਦੀ ਵੀ ਕਰੈਕਟ ਨਹੀਂ ਕਰ ਪਾਏ। ਉਹ ਜਾਂਦੇ ਹੁਣ ਅਸਤੀਫਾ ਦੇਣ ਤੋਂ ਬਾਅਦ ਜ਼ਰੂਰ ਕਹਿ ਰਹੇ ਕਿ ਜੇ ਇਦਾਂ ਦੀ ਗੱਲ ਹੁੰਦੀ ਤੇ 13 ਸਾਲ ਤੱਕ ਬਾਦਲਾਂ ਨੇ ਮੇਰੇ ਖਿਲਾਫ ਜਿਹੜੇ ਕੇਸ ਕੀਤੇ ਸੀ ਮੈਂ ਉਹਦੇ ਕੇਸਾਂ ਦੇ ਵਿੱਚ ਕਿਉਂ ਲੜਦਾ ਰਹਿੰਦਾ। ਪਰ ਨਾਲ ਦੇ ਨਾਲ ਕੈਪਟਨ ਸਾਹਿਬ ਨੂੰ ਇਹ ਵੀ ਗੱਲ ਦੱਸਣੀ ਚਾਹੀਦੀ ਹੈ ਕਿ ਉਹ ਕੇਸ ਵਿਡਰਾਅ ਵੀ ਬਾਦਲਾਂ ਨੇ ਆਪਣੇ ਟੈਨਿਓਰ ਦੇ ਵਿੱਚ ਹੀ ਕੀਤੇ ਸੀਗੇ, ਜਦ ਉਹ ਕੇਸ ਪੁਖਤਾ ਸਬੂਤ ਤੇ ਆਧਾਰਿਤ ਸੀਗੇ। ਉਹੀ ਵਿਜੀਲੈਂਸ ਡਿਪਾਰਟਮੈਂਟ ਜਿਹੜਾ 1000 ਪੇਜ ਦਾ ਐਵੀਡੈਂਸਿਸ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੁਧਿਆਣਾ ਦੀ ਕੋਰਟ ਵਿੱਚ ਸਿਟੀ ਸੈਂਟਰ ਸਕੈਮ ਦੇ ਵਿੱਚ ਦਿੰਦਾ ਸੀਗਾ, ਉਹਦੀ ਇੱਕ ਚਿੱਠੀ ਦੇ ਨਾਲ ਹੀ ਕਿ ਉਹ ਹੁਣ ਅਸੀਂ ਇਸ ਕੇਸ ਨੂੰ ਵਿਡਰਾਅ ਕਰਨਾ ਚਾਹੁੰਦੇ ਹਾਂ, ਉਹ ਕੇਸ ਵਿਡਰਾਅ ਹੋ ਜਾਂਦਾ।
ਯਾਨੀ ਬਹੁਤ ਸਾਰੀ ਇਦਾਂ ਦੀ ਗੱਲਾਂ ਹੈਗੀਆਂ ਜਦ ਤੁਸੀਂ ਪੋਲਿਟਿਕਸ ਦੇ ਵਿੱਚ ਕਰਦੇ ਹੋ ਤੇ ਲੁਕੀਆਂ ਨਹੀਂ ਰਹਿੰਦੀਆਂ, ਉਹ ਗੱਲਾਂ ਉਜਾਗਰ ਹੋ ਜਾਂਦੀਆਂ ਔਰ ਲੋਕਾਂ ਦੇ ਉੱਤੇ ਸਿੱਧਾ ਸਿੱਧਾ ਅਸਰ ਪਾਉਂਦੀ ਹੈ। ਔਰ ਇਹਨਾਂ ਗੱਲਾਂ ਨੂੰ ਕੋਈ ਨਾ ਕੋਈ ਸਾਡੇ ਤੁਹਾਡੇ ਵਰਗਾ ਉਜਾਗਰ ਕਰਦਾ ਹੀ ਹੁੰਦਾ। ਬਿਲਕੁਲ, ਅਸੀਂ ਇਸ ਵਿਸ਼ੇ ਤੇ, ਸੈਂਸਿਟਿਵ ਵਿਸ਼ੇ ਦੇ ਉੱਤੇ ਇੱਕ ਬਹਿਸ ਲੈ ਕੇ ਆਵਾਂਗੇ। ਉਹ ਵਿਦਵਾਨ ਲੋਕ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਕਾਫੀ ਕੰਮ ਕੀਤਾ ਹੈ ਤੇ ਜਿਹੜੇ ਵਰਤਮਾਨ 'ਚ ਵੀ ਕਾਫੀ ਜਾਗਰੂਕ ਨੇ। ਇਹ ਕਿਹਦੀ ਬਲੀ ਲਊਗਾ? ਬੇਅਦਬੀਆਂ ਔਰ ਨਸ਼ੇ ਵਾਲਾ ਮੁੱਦਾ ਹੁਣ ਕਿਹਦੀ ਬਲੀ ਲਏਗਾ ਸਿਆਸੀ ਤੌਰ ਤੇ? ਕੀ ਅਕਾਲੀ ਦਲ ਇੱਕ ਵਾਰੀ ਫਿਰ ਲੀ ਚੜ ਸਕੇਗਾ, ਜਾਂ ਨਵਜੋਤ ਸਿੰਘ ਸਿੱਧੂ ਆਪਣਾ ਚਿਹਰਾ ਬਚਾਉਣ 'ਚ ਕਾਮਯਾਬ ਹੋ ਸਕਣਗੇ ਪੰਜਾਬ ਦੇ ਧਰਾਤਲ ਤੇ, ਪੰਜਾਬ ਦੀ ਸਿਆਸਤ ਵਿੱਚ? ਲੇਕਿਨ ਇੱਕ ਭਾਸਕਰ ਸਾਹਿਬ ਖਬਰ ਜਿਹੜੀ ਮੈਂ ਦੇਖ ਰਿਹਾ ਨਾਲ ਨਾਲ, ਕਿ ਲਖੀਮਪੁਰ ਖੇੜੀ ਹਿੰਸਾ ਦੀ ਘਟਨਾ ਦੇ ਵਿੱਚ ਮੇਰੇ ਖਿਆਲ ਉਹ ਜਿਹੜਾ MP ਸੀਗਾ, ਉਹਦੇ ਪੁੱਤਰ ਨੂੰ, ਉਹਦੇ ਖਿਲਾਫ FIR ਦਰਜ ਹੋ ਗਈ ਹੈ। ਜੇ ਮੈਂ ਇਹਨੂੰ ਥੋੜਾ ਪੜ੍ਹ ਕੇ ਤੁਹਾਨੂੰ ਸੁਣਾ ਦਿਆਂ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਵਿਰੁੱਧ FIR ਦਰਜ ਕਰ ਲਈ ਗਈ ਆ, ਤੇ ਨਾਲ ਹੀ ਜਿਹੜੇ ਉੱਥੇ ਸਿਆਸਤਦਾਨ ਪਹੁੰਚ ਰਹੇ ਆ ਉਹਨਾਂ ਦੇ ਖਿਲਾਫ ਵੀ ਵਾਹਵਾ ਸਖਤ ਹੈ ਉੱਥੋਂ ਦੇ ਪ੍ਰਸ਼ਾਸਨ ਜਿਹੜਾ ਹੈਗਾ। ਸੋ ਇਹ 14 ਲੋਕਾਂ ਦੇ ਖਿਲਾਫ, ਆਸ਼ੀਸ਼ ਮਿਸ਼ਰਾ ਟੇਨੀ ਤੇ ਉਹਦੇ ਨਾਲ 14 ਲੋਕਾਂ ਦੇ ਖਿਲਾਫ FIR ਦਰਜ ਕੀਤੀ ਗਈ ਆ। ਹੁਣ ਕਿਹੜੀਆਂ ਧਾਰਾਵਾਂ ਤਹਿਤ ਕੀਤੀ ਗਈ ਆ, ਇਹ ਅੱਗੇ ਜਾ ਕੇ ਵਿਸਥਾਰ ਚ ਦੇਖਦੇ ਹਾਂ ਜੀ। ਇਹ ਮੈਨੂੰ ਪਤਾ ਲੱਗਿਆ 302 120B ਦੇ ਵਿੱਚ ਇਹ ਬੁੱਕ ਕੀਤਾ ਗਿਆ ਜੀ। ਮਤਲਬ ਇਹ ਹੈ ਕਿ ਜੇ ਸਿੱਧੇ ਤੌਰ ਤੇ 302 ਦੇ ਵਿੱਚ ਕਤਲ ਦੇ ਵਿੱਚ ਨਹੀਂ ਵੀ ਹੋਊ ਤਾਂ 120B ਵੀ ਉਸੇ ਹੀ ਤਰ੍ਹਾਂ ਦੀ ਧਾਰਾ ਹੈ, ਉਹ 302 ਵਰਗੀ ਧਾਰਾ ਹੈ। ਜੇਕਰ ਉਹਨੂੰ ਅੱਗੇ ਜਾ ਕੇ ਪ੍ਰੋਸੀਡਿੰਗਸ ਦੇ ਵਿੱਚ ਬਹਾਲ ਰੱਖਿਆ ਜਾਵੇ ਜਾਂ ਇਹ ਸਿਰੇ ਤੱਕ ਲੱਗ ਜੇ, ਕਾਨੂੰਨੀ ਪ੍ਰਕਿਰਿਆਵਾਂ ਬੜੀਆਂ ਲੰਬੀਆਂ, ਉਹ ਪਾਤਰ ਤਾਂ ਹੈਗਾ ਨਾ ਜੀ ਕਿ ਇਹਨਾਂ ਅਦਾਲਤਾਂ 'ਚ ਬੰਦੇ ਬਿਰਖ ਹੋ ਗਏ, ਹੁਣ ਉਹ ਬਿਰਖ ਨਾ ਹੋ ਜਾਣ ਕਿਤੇ। ਲੇਕਿਨ ਜੋ ਮਰ ਗਏ ਉਹਨਾਂ ਨਾਲ ਸੰਵੇਦਨਾ ਹੈ, ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ। ਕਿਸੇ ਪਾਸਿਓਂ 1 ਲੱਖ ਦਾ ਐਲਾਨ ਹੋ ਜੂ, ਕਿਸੇ ਪਾਸਿਓਂ 2 ਲੱਖ ਦਾ ਹੋ ਜੂ, ਕਿਧਰੇ ਬੱਚੇ ਨੂੰ ਸਰਕਾਰੀ ਨੌਕਰੀ ਦੀ ਗੱਲ ਹੋ ਜੂ ਪਰਿਵਾਰ ਦੇ ਜੀ ਨੂੰ, ਪਰ ਜਿਹੜੇ ਚਲੇ ਗਏ ਉਹਨਾਂ ਦੇ ਭਾਵਨਾਵਾਂ ਤੇ ਰਿਸ਼ਤੇ ਉਹ ਕਿਵੇਂ ਭਰਪਾਈ ਹੋਣਗੇ, ਕਿਵੇਂ ਕੀਤੇ ਜਾਣਗੇ? ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।